करना पिया ਉਹਦੇ ਵਾਸਤੇ मैं क्षमा ਮੰਗਦਾ ਤੁਹਾਡੇ ਤੋਂ। ਲੋਕ ਇਨਸਾਫ ਪਾਰਟੀ एक ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਅੰਦੋਲਨ ਜਿਹੜਾ ਕਿਸਾਨੀ ਨੂੰ ਲੈ ਕੇ ਆ, ਜਿਹੜੇ ਆਰਡੀਨੈਂਸ ਕੇਂਦਰ ਸਰਕਾਰ ਨੇ ਬੜੀ ਕਾਹਲੀ ਦੇ ਵਿੱਚ ਇਸ ਤਰੀਕੇ ਦੇ ਨਾਲ, ਜਿਵੇਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੁੰਦੀ ਹੈ, ਇਸ ਤਰੀਕੇ ਦੇ ਨਾਲ ਉਹ ਆਰਡੀਨੈਂਸ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਪਾਸ ਕੀਤੇ, ਉਹਦੇ ਵਰਖਲਾਫ। ਮੈਂ ਪਹਿਲਾਂ ਤੁਹਾਨੂੰ ਅੰਦੋਲਨ ਦੀ ਸੰਖੇਪ ਦੇ ਵਿੱਚ ਜਾਣਕਾਰੀ ਦੇ ਦਿਆਂ ਕਿ ਇਹ ਅੰਦੋਲਨ ਕਿਸ ਤਰੀਕੇ ਦਾ ਹੋਏਗਾ, ਕਿਉਂਕਿ ਦੇਸ਼ ਦੇ ਅੰਦਰ ਲਾਕਡਾਊਨ, ਸੋਸ਼ਲ ਡਿਸਟੈਂਸਿੰਗ, ਲਾਕਡਾਊਨ ਐਂਡ ਸੋਸ਼ਲ ਡਿਸਟੈਂਸਿੰਗ ਜਿਹੜੇ ਨਿਯਮ ਹੈਗੇ ਆ ਉਹਨਾਂ ਨੂੰ ਫੋਲੋ ਕਰਦੇ ਨੇ, ਤਾਂ ਕਿ ਕੋਈ ਬੰਦਾ ਕਿਤੇ ਕੋਈ ਨੁਕਤਾਚੀਨੀ ਜਾਂ ਕੋਈ ਪੋਲੀਟੀਕਲੀ ਇੱਧਰ ਉੱਧਰ ਦੀ ਗੱਲ ਕਰਨ ਤੋਂ ਗੁਰੇਜ਼ ਕਰੇ। ਸੋ ਅਸੀਂ ਇਹ ਜਿਹੜਾ ਰੋਸ ਮਾਰਚ ਹੈਗਾ, ਰੋਸ ਯਾਤਰਾ ਹੈਗੀ, ਇਹ 5 ਦਿਨ ਦੀ ਹੋਏਗੀ। 22 ਜੂਨ ਦਿਨ ਸੋਮਵਾਰ ਸਟਾਰਟਿੰਗ ਕਰਾਂਗੇ ਦਰਬਾਰ ਸਾਹਿਬ ਮੱਥਾ ਟੇਕਣ, ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ, ਤੇ ਜਲਿਆਂਵਾਲਾ ਬਾਗ ਦੀ ਮਿੱਟੀ ਨੂੰ ਨਤਮਸਤਕ ਹੋ ਕੇ ਸਾਈਕਲ ਯਾਤਰਾ ਸ਼ੁਰੂ ਹੋਏਗੀ। 50 ਸਾਈਕਲ ਔਨ ਰੋਡ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪਹਿਲੀ ਰਾਤ ਬਿਆਸ ਵਿਖੇ ਗੁਜ਼ਾਰਨਗੇ। ਰਾਤ ਦਾ ਸਟੇ ਕੋਈ ਵੀ ਸਾਡੇ ਵਿੱਚੋਂ ਬੰਦਾ ਘਰ ਨਹੀਂ ਜਾਊਗਾ, ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਵਾਸਤੇ, ਮੈਂ ਅੱਗੇ ਡਿਟੇਲ 'ਚ ਦੱਸਦਾ ਕਿ ਇਸ ਆਰਡੀਨੈਂਸ ਦੁਆਰਾ ਬਣ ਜਾ ਰਹੇ ਕਾਨੂੰਨ ਦੇ ਨਾਲ ਪੰਜਾਬ ਤਬਾਹ ਕਿਵੇਂ ਹੋਏਗਾ, ਉਹਦੇ ਤੇ ਆਉਣਾ। ਤੇ ਦੂਸਰੀ ਰਾਤ ਜਿਹੜੀ ਆ ਬਿਆਸ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਕਸਬਿਆਂ 'ਚੋਂ ਹੁੰਦੇ ਹੋਏ ਦੂਜੀ ਰਾਤ ਜਲੰਧਰ, ਤੇ ਜਲੰਧਰ ਤੋਂ ਚੱਲ ਕੇ ਤੀਸਰੀ ਰਾਤ ਜਿਹੜੀ ਹੈਗੀ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਖਟਕੜ ਕਲਾਂ, ਤੇ ਚੌਥੀ ਰਾਤ ਟਿੱਬੀ ਸਾਹਿਬ ਰੋਪੜ, ਤੇ ਉੱਥੋਂ ਫਿਰ ਪੰਜਵਾਂ ਦਿਨ ਜਿਹੜਾ, ਪੰਜਵੇਂ ਦਿਨ 4 ਰਾਤਾਂ 5 ਦਿਨ, ਪੰਜਵੇਂ ਦਿਨ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੈਮੋਰੈਂਡਮ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਨੇ ਮੰਗ ਕੀਤੀ ਆ ਮੈਮੋਰੈਂਡਮ ਦੇ ਵਿੱਚ, ਸਾਡਾ ਦੇਸ਼ ਫੈਡਰਲ ਸਿਸਟਮ ਦੇ ਵਿੱਚ ਹੈ, ਸੰਘੀ ਢਾਂਚਾ ਦੇਸ਼ ਹੈ, ਇਸ ਸੰਘੀ ਢਾਂਚਾ ਦੇਸ਼ ਦਾ ਸੰਵਿਧਾਨ ਤਿਆਰ ਕਰਨ ਵੇਲੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਰਾਜਾਂ ਦੀਆਂ ਤੇ ਕੇਂਦਰ ਦੀਆਂ ਸ਼ਕਤੀਆਂ ਦੀ ਵੰਡ ਕੀਤੀ। 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਲੋਕ ਇਨਸਾਫ ਪਾਰਟੀ ਹਮੇਸ਼ਾ, ਕਿਉਂਕਿ ਅਕਾਲੀ ਦਲ ਵਾਲੇ ਤਾਂ ਛੱਡ ਗਏ ਅਧਿਕਾਰਾਂ ਦੇ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਤਲਾਂਜਲੀ ਦੇ ਕੇ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ, ਲੋਕ ਇਨਸਾਫ ਪਾਰਟੀ ਨੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਹਮੇਸ਼ਾ ਗੱਲ ਕਰਦੇ ਹੋਏ ਤਸ਼ੱਦਦ ਵੀ ਸਹਿਆ। ਪਾਣੀ ਦੀ ਕੀਮਤ ਵਸੂਲੀ ਵਾਸਤੇ ਵਿਧਾਨ ਸਭਾ ਦੇ ਅੰਦਰ ਚਾਹੇ ਕੁੱਟ ਖਾਣੀ ਪਈ, ਜਲੀਲ ਹੋਣਾ ਪਿਆ, ਪਰ ਉਹ ਬਿੱਲ ਪਾਸ ਕਰਾਇਆ, ਕਿਉਂਕਿ ਉਹ 7ਵੇਂ ਸ਼ਡਿਊਲ ਦੀ 17ਵੀਂ ਐਂਟਰੀ ਦੇ ਵਿੱਚ ਦਰਜ ਹੈਗਾ। ਪਾਣੀ, ਜਲ ਭੰਡਾਰਨ, ਸਟੋਰੇਜ, ਡੈਮ, ਬਿਜਲੀ ਉਤਪਾਦਨ, ਇਹ ਸਟੇਟ ਸਬਜੈਕਟ ਹੈ। ਹੁਣ ਜਿਹੜੇ ਨਵੇਂ 3 ਆਰਡੀਨੈਂਸ ਮੋਦੀ ਗਵਰਨਮੈਂਟ ਲੈ ਕੇ ਆਈ ਆ, ਜਿਹਦੇ ਵਿੱਚ ਕਿਸਾਨੀ ਵਪਾਰ ਅਤੇ ਵਣਜ, ਐਂਡ ਦੂਸਰਾ ਹੈਗਾ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਸਸ਼ਕਤੀਕਰਨ ਅਤੇ ਸੁਰੱਖਿਆ, ਤੇ ਤੀਸਰਾ ਹੈਗਾ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ। ਇਹ ਤਿੰਨੋਂ ਜਿਹੜੇ ਸਬਜੈਕਟ ਆ ਨਾ, ਇਹ ਦੋਸਤੋ ਤਿੰਨੋਂ ਸਬਜੈਕਟ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ, ਜੇ ਤੁਹਾਨੂੰ ਕਨਸਟੀਟਿਊਸ਼ਨ ਕਿਤਾਬ ਇਸ ਜਿਹੜੀਆਂ ਰਾਜਾਂ ਤੇ ਕੇਂਦਰ ਦੀਆਂ ਸ਼ਕਤੀਆਂ ਦੀ, ਉਹ ਮੈਂ ਤੁਹਾਨੂੰ ਸੈਂਡ ਕਰ ਸਕਦਾ। 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਦੇ ਵਿੱਚ ਦਰਜ ਹੈਗਾ ਕਿ ਇਹ ਸਾਰੇ ਕੰਮ ਜਿਹੜੇ ਕੇਂਦਰ ਨੇ ਆਰਡੀਨੈਂਸ ਪਾਸ ਕਰਕੇ ਕਾਨੂੰਨ ਬਣਾ ਕੇ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਸਤੇ ਘੜੇ ਆ, ਇਹ ਸਟੇਟ ਸਬਜੈਕਟ ਹੈਗਾ, ਮਤਲਬ ਕਿ ਰਾਜਾਂ ਦਾ ਅਧਿਕਾਰ। ਹੁਣ ਸਾਡੀ ਡਿਮਾਂਡ ਕੀ ਆ, ਮੈਂ ਇਹਦੇ ਜਿਹੜੇ ਨੁਕਸਾਨ ਕੀ ਹੋਣਿਆ ਮੈਂ ਉਹਦੇ ਤੇ ਬਾਅਦ ਚ ਆਉਣਾ। ਸਾਡੀ ਡਿਮਾਂਡ ਕੀ ਆ, ਸਾਡੀ ਰੋਸ ਯਾਤਰਾ ਦਾ ਮੁੱਖ ਉਦੇਸ਼ ਮੰਤਵ ਕੀ ਆ ਕਿ ਅਸੀਂ 5 ਦਿਨ 4 ਰਾਤਾਂ ਭਰ ਗਰਮੀ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਬੇਨਤੀ ਕਰਕੇ ਜਲਿਆਂਵਾਲੇ ਬਾਗ ਨਤਮਸਤਕ ਹੋ ਕੇ 5ਵੇਂ ਦਿਨ ਮੁੱਖ ਮੰਤਰੀ ਜੀ ਦੇ ਅਸੀਂ ਮੈਮੋਰੈਂਡਮ ਦੇਣ ਵਾਸਤੇ ਉਹਨਾਂ ਦੇ ਘਰ ਜਾਣਾ। ਉਹਦਾ ਮਕਸਦ ਹੈਗਾ ਕਿ ਤੁਹਾਡੇ ਕੋਲੇ ਪੰਜਾਬ ਦੇ ਅੰਦਰ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਬੀਜੇਪੀ ਨੂੰ ਛੱਡ ਕੇ, ਜਿਨ੍ਹਾਂ ਦੀ ਹਾਜ਼ਰੀ ਪੰਜਾਬ ਵਿਧਾਨ ਸਭਾ ਦੇ ਅੰਦਰ ਹੈਗੀ ਹੈ, ਉਹ ਸਭ ਤੋਂ ਪਹਿਲਾਂ ਰੂਲਿੰਗ ਆ ਗਈ ਕਾਂਗਰਸ। ਮੁੱਖ ਮੰਤਰੀ ਸਾਹਿਬ, ਸਾਰੇ ਕਾਂਗਰਸ ਦੇ ਲੀਡਰ ਇਸ ਬਿੱਲ ਦੇ ਖਿਲਾਫ ਬੋਲ ਰਹੇ ਆ। ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ, ਉਹਦੇ ਸਾਰੇ ਲੀਡਰ ਇਸ ਬਿੱਲ ਦੇ ਵਿਰੋਧ ਦੇ ਵਿੱਚ ਸਟੇਟਮੈਂਟਸ ਦੇ ਰਹੇ ਆ। ਲੋਕ ਇਨਸਾਫ ਪਾਰਟੀ, ਅਸੀਂ ਅੰਦੋਲਨ ਦੀ ਸ਼ੁਰੂਆਤ ਕਰਨ ਲੱਗੇ ਆ।
ਸਿਰਫ ਬੀਜੇਪੀ ਦੇ 2 MLA ਨੂੰ ਛੱਡ ਕੇ ਸਮੁੱਚੀ 115 MLAs ਵਿਧਾਨ ਸਭਾ ਦੇ ਅੰਦਰ ਇੱਕ ਸੁਰ ਤੇ ਇੱਕ ਮਤ ਹੈਗੇ ਆ। ਤੇ ਫਿਰ ਅਸੀਂ ਡਿਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਰਨ ਵਾਸਤੇ ਚੱਲੇ ਆ ਕਿ ਕੈਪਟਨ ਸਾਹਿਬ ਹੰਗਾਮੀ ਸੈਸ਼ਨ ਕਾਲ ਕਰੋ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਲ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਪੰਜਾਬ ਦੀ ਕਿਸਾਨੀ ਤੇ ਪੰਜਾਬ ਨੂੰ ਤਬਾਹ ਕਰਨ ਵਾਸਤੇ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਕੇਂਦਰ ਦੁਆਰਾ ਕਾਨੂੰਨ ਦੇ ਰੂਪ 'ਚ ਲਿਆਉਣ ਦਾ ਜਿਹੜਾ ਉਪਰਾਲਾ, ਇਹਨੂੰ ਸਰਬਸੰਮਤੀ ਨਾਲ ਰੱਦ ਕਰਕੇ 115 MLA ਨੂੰ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਣ। ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤੀ ਹੈ, ਰਾਜਾਂ ਦੇ ਅਧਿਕਾਰਾਂ ਦੀ ਗੱਲ ਹਮੇਸ਼ਾ ਪੰਜਾਬ ਨੇ ਕੀਤੀ ਹੈ, ਪੰਜਾਬੀਆਂ ਨੇ ਕੀਤੀ ਹੈ। ਚਾਹੇ ਉਹ ਵੇਲਾ ਪਹਿਲਾਂ ਦਾ ਦੇਖ ਲਓ, ਤੁਸੀਂ ਅਕਾਲੀ ਦਲ ਇਤਿਹਾਸ ਕੱਢ ਕੇ ਦੇਖ ਲਓ, ਅਕਾਲੀ ਦਲ ਹਮੇਸ਼ਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ। ਛੋਟੀ ਜੀ ਪਾਰਟੀ ਉਹ ਪੂਰੇ ਦੇਸ਼ ਦੇ ਅੰਦਰ ਲੀਡ ਕਰਦੀ ਸੀ, ਦੂਸਰੇ ਰਾਜਾਂ ਦੀਆਂ ਪਾਰਟੀਆਂ ਅਕਾਲੀ ਦਲ ਦੇ ਪਿੱਛੇ ਤੁਰਦੀਆਂ ਸਨ। ਅੱਜ ਚੁੱਪ ਤੇ ਖਾਮੋਸ਼ ਹੈ ਗਿਆ। ਰਾਜਨੀਤਿਕ ਤੌਰ ਤੇ ਮੈਂ ਇਹ ਕਹਾਂ ਕਿ ਜੇ ਕੇਂਦਰ ਦੀ ਵਜ਼ਾਰਤ ਨੇ ਆਰਡੀਨੈਂਸ ਪਾਸ ਕੀਤਾ ਤੇ ਅਕਾਲੀ ਦਲ ਦੀ ਸਤਿਕਾਰਯੋਗ ਮੰਤਰੀ ਉਸ ਵਜ਼ਾਰਤ ਦੇ ਵਿੱਚ ਆਰਡੀਨੈਂਸ ਪਾਸ ਕਰਨ ਵੇਲੇ ਸ਼ਾਮਲ ਹੈਗੀ, ਉਹਦਾ ਉੱਥੇ ਦਸਤਖਤ ਹੋਇਆ ਇਸ ਆਰਡੀਨੈਂਸ ਨੂੰ ਪਾਸ ਕਰਨ ਵੇਲੇ ਵਜ਼ਾਰਤ ਦੇ ਅੰਦਰ। ਤੇ ਬਾਹਰ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਬੜੇ ਵੱਡੇ ਪੰਜਾਬ ਦੇ ਅੰਦਰ ਬਿਆਨ ਦੇ ਰਹੇ। ਸੋ ਇਹ ਰਾਜਨੀਤੀ ਹੈ। ਸੋ ਸਾਡੀ ਡਿਮਾਂਡ ਪਹਿਲਾਂ ਤਾਂ ਇਹ ਹੈਗੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਕੇਂਦਰ ਨੂੰ ਇਹ ਪ੍ਰਸਤਾਵ ਭੇਜ ਦੇਣ, ਤਾਂ ਜੋ ਕੇਂਦਰ ਦੇ ਇਸ ਡਿਕਟੇਟਰਸ਼ਿਪ, ਇਸ ਐਮਰਜੈਂਸੀ ਜਿਵੇਂ ਦੇਸ਼ ਦੇ ਅੰਦਰ ਲੱਗੀ ਹੁੰਦੀ, ਇਸ ਫੈਸਲੇ ਦਾ ਬਾਕੀ ਸਟੇਟਾਂ ਦੀਆਂ ਅਸੈਂਬਲੀਆਂ ਵੀ ਵਿਰੋਧ ਤੇ ਉਤਰੇ ਆਉਣ। ਸੋ ਇਸ ਦੋਸਤੋ ਕਾਨੂੰਨ ਦੇ ਬਣਨ ਦੇ ਨਾਲ ਸਭ ਤੋਂ ਵੱਡਾ ਲਾਸ ਪੰਜਾਬ ਨੂੰ ਹੈਗਾ MSP। ਮੈਂ ਗੱਲ ਸ਼ੁਰੂ ਕਰਦੇ ਆ MSP। ਬਹੁਤ ਸਾਰੇ ਅਕਾਲੀ ਦਲ ਦੇ ਲੀਡਰਾਂ ਨੇ ਇਸ ਗੱਲ ਦਾ ਰੌਲਾ ਪਾਇਆ ਵੀ ਨਾ MSP ਜਿਹੜੀ ਆ ਉਹ ਖੜੀ ਰਹੂਗੀ, MSP ਟੁੱਟਣ ਨਹੀਂ ਲੱਗੀ। ਹੁਣ ਪੰਜਾਬ ਦੇ ਅੰਦਰ 3 ਫਸਲਾਂ ਦੇ ਉੱਤੇ MSP ਸਹੀ ਮਾਇਨਿਆਂ ਦੇ ਵਿੱਚ ਲਾਗੂ ਹੁੰਦੀ ਹੈ। ਝੋਨਾ ਮਤਲਬ ਕਿ ਚਾਵਲ, ਕਣਕ ਤੇ ਨਰਮਾ। ਬਾਕੀ ਜਿਹੜੇ ਖੇਤੀ ਉਤਪਾਦਨ ਹੈਗੇ ਜਿਵੇਂ ਦਾਲਾਂ ਹੈਗੀਆਂ, MSP ਉਹਨਾਂ ਦੇ ਉੱਤੇ ਵੀ ਹੈਗੀ ਆ। ਪਰ ਉਹ 3 ਫਸਲਾਂ ਨੂੰ ਛੱਡ ਕੇ ਚਾਵਲ, ਕਣਕ ਤੇ ਨਰਮਾ, ਇਹ 3 ਫਸਲਾਂ ਨੂੰ ਛੱਡ ਕੇ ਬਾਕੀ ਦੇ ਉੱਤੇ MSP ਕਾਗਜ਼ਾਂ ਦੇ ਵਿੱਚ ਆ। ਉਹ ਸਿਰਫ ਸਰਕਾਰੀ ਹੁਕਮਾਂ ਦਾ ਸ਼ਿੰਗਾਰ ਬਣੀ ਪਈ ਆ। ਕਿਸਾਨ ਨੂੰ ਜਿਹੜੀ ਉਹਦੀ ਇਹਨਾਂ 3 ਫਸਲਾਂ ਤੋਂ ਇਲਾਵਾ ਫਸਲ ਆ, ਕੋਈ ਖਰੀਦ ਸਰਕਾਰੀ ਏਜੰਸੀ MSP ਦੇ ਰੇਟ ਦੇ ਉੱਤੇ ਮੰਡੀਆਂ 'ਚ ਖਰੀਦਣ ਨਹੀਂ ਜਾਂਦੀ। ਕਿਸਾਨ ਨੂੰ ਮਜਬੂਰੀ ਬਸ ਦੋਸਤੋ ਪ੍ਰਾਈਵੇਟ ਜਿਹੜੇ ਲੋਕ ਹੈਗੇ ਆ, ਖੇਤੀ ਉਤਪਾਦਨ ਚੱਕਣ ਵਾਲੇ ਪ੍ਰਾਈਵੇਟ ਕੰਪਨੀਆਂ ਦੇ ਕੋਲੇ ਸਸਤੇ ਭਾਵਾਂ ਦੇ ਉੱਤੇ MSP ਤੋਂ ਅੱਧੇ ਜਾਂ ਪੌਣੇ ਰੇਟਾਂ ਦੇ ਉੱਤੇ ਇਹ 3 ਫਸਲਾਂ ਨੂੰ ਛੱਡ ਕੇ ਬਾਕੀ ਦੀਆਂ ਜਿਣਸਾਂ ਜਿਨ੍ਹਾਂ ਦੇ ਵਿੱਚ ਬਹੁਤੀਆਂ ਦਾਲਾਂ ਨੇ ਉਹ ਦੇਣੀ ਪੈਂਦੀ। ਹੁਣ ਅਕਾਲੀ ਦਲ ਦਾ ਤਾਂ ਸੁਪੜਾ ਸਾਫ਼ ਕਰਤਾ ਨਿਤਨ ਗਡਕਰੀ ਜੀ ਉਹਨਾਂ ਦੇ ਬਿਆਨ ਨੇ। ਉਹਨਾਂ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ, ਕਹਿੰਦੇ ਨੋ MSP, ਨੋ ਕੇਂਦਰ ਦੀ ਕੋਈ ਏਜੰਸੀ, ਕੋਈ ਖਰੀਦਣ ਨਹੀਂ ਆਊਗੀ ਦਾਣਾ ਵੀ। ਇਹ ਨਿਤਨ ਗਡਕਰੀ ਜੀ ਦੀ ਸਟੇਟਮੈਂਟ ਆ। ਇੱਕ ਪਾਸੇ ਅਕਾਲੀ ਕਹਿੰਦੇ ਸੀ ਕਿ MSP ਨਹੀਂ, MSP ਚਾਹੇ ਰਹਿ ਵੀ ਜਾਵੇ, ਇਹ ਮੰਨ ਲਓ ਕਿ MSP ਖੜੀ ਵੀ ਰਹਿ ਜਾਂਦੀ ਆ, ਕਿਤਾਬਾਂ ਦੇ ਵਿੱਚ ਸਰਕਾਰੀ ਹੁਕਮਾਂ ਦਾ ਸ਼ਿੰਗਾਰ ਬਣੀ ਵੀ ਰਹਿ ਜਾਂਦੀ ਹੈ। ਜੇ ਕੋਈ ਖਰੀਦ ਏਜੰਸੀ ਖਰੀਦਣੀ ਨਹੀਂ ਆਊਗੀ ਤੇ ਫਿਰ MSP ਕਾਹਦੀ ਰਹਿ ਗਈ। ਔਰ ਇਸ ਤੋਂ ਇਲਾਵਾ ਤਕਰੀਬਨ ਪੰਜਾਬ ਨੂੰ ਇਸ ਕਾਨੂੰਨ ਦਾ ਜਿਹੜਾ ਸਭ ਤੋਂ ਵੱਡਾ ਲਾਸ ਹੋਣਾ, ਮੰਡੀ ਟੁੱਟ ਜਾਣੀ ਹੈ। ਜੇ ਤੁਸੀਂ ਇਹ ਆਰਡੀਨੈਂਸ ਪੜ੍ਹਿਆ ਹੋਵੇ ਤੇ ਉਹਦੇ ਵਿੱਚ ਜੁਰੀਡਿਕਸ਼ਨ ਜਿਹੜੀ ਮੰਡੀ ਦੀ ਆ ਉਹ ਸਿਰਫ ਬਾਉਂਡਰੀ ਰਹਿੰਦੀ ਹੈ। ਬਾਉਂਡਰੀ ਤੋਂ ਬਾਹਰ ਖੜ ਕੇ ਬਾਉਂਡਰੀ ਦੇ ਮੰਡੀ ਦੇ ਗੇਟ ਦੇ ਉੱਤੇ ਕੋਈ ਬੰਦਾ ਜਿਹੜੇ ਮਰਜ਼ੀ ਭਾਅ ਫਸਲ ਖਰੀਦ ਲਵੇ, ਆੜਤੀਆ ਖਤਮ। ਜਿਹੜੇ ਵਪਾਰੀ ਲੋਕ ਆ ਉਹ ਕਾਰਪੋਰੇਟ ਵੱਡੇ ਵਪਾਰੀ, ਐਂਡ ਪੰਜਾਬ ਨੂੰ ਲਾਸ ਕਿੰਨਾ ਹੋਣਾ ਇਹਦੇ ਵਿੱਚ? ਤਕਰੀਬਨ ਦੋਸਤੋ 4000 ਕਰੋੜ ਰੁਪਏ ਦਾ ਸਾਲਾਨਾ, ਜਿਹਦੇ ਵਿੱਚ 3% ਮਾਰਕੀਟ ਬੇਸ, 3% RDF ਰੂਰਲ ਡਿਵੈਲਪਮੈਂਟ ਫੰਡ ਤੇ 2% ਆੜ, ਤਕਰੀਬਨ 4000 ਕਰੋੜ ਰੁਪਏ ਦਾ ਲਾਸ ਹੈ। ਹੁਣ ਇੱਕ ਗੱਲ ਸੋਚੋ, ਕਿਸਾਨ ਦੀ ਸਭ ਤੋਂ ਵੱਡੀ ਨੇੜੇ ਦੀ ਲੋਕਲ ਬੈਂਕ ਕਿਹੜੀ ਹੈ? ਕਿਸਾਨ ਨੂੰ ਕੋਈ ਬਿਮਾਰੀ, ਪਰਿਵਾਰ ਦੇ ਵਿੱਚ ਕੋਈ ਮੈਂਬਰ ਬਿਮਾਰ ਹੋ ਗਿਆ, ਕੋਈ ਵਿਆਹ ਸ਼ਾਦੀ ਆ, ਕੋਈ ਲੀੜਾ ਕੱਪੜਾ ਲੈਣਾ, ਕੋਈ ਸਮਾਨ ਲੈਣਾ, ਉਹ ਝੱਟ ਆੜਤੀਏ ਕੋਲੇ ਜਾਂਦਾ, ਆੜਤੀਏ ਕੋਲੋਂ ਪੈਸੇ ਲੈਂਦਾ ਤੇ ਆਪਣੀ ਗਰਜ ਪੂਰੀ ਕਰ ਲੈਂਦਾ। ਲੋਕਲ ਬੈਠਾ ਆੜਤੀਆ ਉਹਦੀ ਬੈਂਕ ਹੈਗੀ ਆ। ਤੇ ਜੇ ਸਰਕਾਰ ਇਹ ਦਮਗੇ ਭਰਦੀ ਹੈ
कि ਅਸੀਂ ਗੱਲ ਹੀ ਕੋਈ ਨਹੀਂ ਗੀ, ਅਸੀਂ ਤਾਂ ਪੈਸੇ ਦਵਾ ਦਿਆਂਗੇ ਪ੍ਰਾਈਵੇਟ ਵਪਾਰੀਆਂ ਦੇ ਕੋਲੋਂ। ਗੰਨਾ ਉਤਪਾਦਕ ਕਿਸਾਨਾਂ ਦਾ ਹਾਲ ਕੀ ਹੈ? ਇਹ ਤਾਂ ਮੈਂ ਅਡਾਨੀ ਵਰਗਿਆਂ ਦੇ ਮੁਕਾਬਲੇ ਦੇ ਵਿੱਚ, ਮੈਂ ਅਡਾਨੀ ਦਾ ਨਾਮ ਸਪੈਸ਼ਲੀ ਇਸ ਕਰਕੇ ਲੈ ਰਿਹਾ, ਮੋਗੇ ਤੋਂ ਫਿਰੋਜ਼ਪੁਰ ਜਾਂਦੇ ਆਪਾਂ, ਡਗਰੂ ਪਿੰਡ ਆਉਂਦਾ, ਡਗਰੂ, ਉੱਥੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਹੋ ਚੁੱਕਿਆ 2500 ਏਕੜ ਜ਼ਮੀਨ ਦੇ ਉੱਤੇ। ਇਹ ਮਤਲਬ ਜਿਹੜਾ ਆਰਡੀਨੈਂਸ ਆ, ਤੁਸੀਂ ਇਹਦਾ ਪਿਛੋਕੜ ਦੇਖੋ। ਹੁਣ 2500 ਏਕੜ ਜ਼ਮੀਨ ਖਰੀਦਣ ਨੂੰ, ਉੱਥੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕਰਨ ਨੂੰ ਆਫਟਰ ਆਲ ਬੜਾ ਲੰਬਾ ਸਮਾਂ ਲੱਗਿਆ। ਉਹ ਹੁਣ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਹੋ ਗਿਆ ਅਡਾਨੀ ਗਰੁੱਪ ਦਾ। ਪੰਜਾਬ ਗਵਰਨਮੈਂਟ ਜਿਹੜੀ ਛੋਟੀਆਂ ਮੱਛੀਆਂ ਕਹੂੰਗਾ ਮੈਂ, ਗੰਨੇ ਦੀ ਕੀਮਤ, ਪ੍ਰਾਈਵੇਟ ਮਿਲ ਮਾਲਕ, ਉਹਨਾਂ ਤੋਂ ਕਿਸਾਨਾਂ ਦਾ ਪੈਸਾ ਨਹੀਂ ਦਵਾ ਸਕਦੀ। 2-2, 3-3 ਸਾਲ ਤੋਂ ਕਿਸਾਨਾਂ ਦੀ ਪੇਮੈਂਟ ਬਕਾਇਆ ਪਈ ਹੈ। ਤੇ ਇਹਨਾਂ ਵੱਡੇ ਅਡਾਨੀ ਵਰਗੇ ਉਦਯੋਗਪਤੀ ਕਾਰਪੋਰੇਟ ਸੈਕਟਰ ਤੋਂ ਕਿਵੇਂ ਕਿਸਾਨ ਨੂੰ ਪੈਸੇ ਦਵਾ ਦੋਗੇ? ਕਦੇ ਨਹੀਂ ਹੋ ਸਕਦਾ। ਸਟੇਟ ਗਵਰਨਮੈਂਟ ਚਾਹ ਕੇ ਵੀ ਕਿਸਾਨ ਦੀ ਮਦਦ ਨਹੀਂ ਕਰ ਸਕੇਗੀ। ਉਸ ਤੋਂ ਅੱਗੇ ਆ ਜਾਓ ਤੁਸੀਂ, ਮੰਡੀਆਂ ਦੇ ਅੰਦਰ ਬੇਰੁਜ਼ਗਾਰੀ ਦਾ ਆਲਮ, ਆੜਤੀਏ ਵਿਹਲੇ ਹੋ ਗਏ, ਆੜਤੀਆਂ ਦੇ ਮੁਲਾਜ਼ਮ ਵਿਹਲੇ ਹੋ ਗਏ, ਤੋਲੇ ਵਿਹਲੇ ਹੋ ਗਏ, ਪੱਲੇਦਾਰ ਵਿਹਲੇ ਹੋ ਗਏ, ਛੋਟੇ ਟਰਾਂਸਪੋਰਟਰ ਉੱਡ ਗਏ। ਇਹ ਸਾਰਾ ਕੁਝ ਖਤਮ ਹੋ ਜਾਣਾ। ਉਦੋਂ ਅੱਗੇ ਕੀ ਹੋਣਾ? ਸਰਕਾਰ ਜਿਹੜੀ ਹੈ ਨਾ, ਇਹਨੇ ਕਾਰਪੋਰੇਟ ਦਾ ਕਬਜ਼ਾ, ਕਾਰਪੋਰੇਟ ਅਡਾਨੀ ਵਰਗੇ ਵੱਡੇ ਲੋਕਾਂ ਨੇ, ਹੋ ਸਕਦਾ 1 ਜਾਂ 2 ਸਾਲ ਪਹਿਲੇ, 1 ਜਾਂ 2 ਸਾਲ ਮਹਿੰਗੀ ਵੀ ਉਪਜ ਖਰੀਦ ਸਕਦੇ ਆ ਕਿਸਾਨ ਦੀ ਉਪਜ MSP ਤੋਂ ਵੀ ਮਹਿੰਗੀ ਖਰੀਦ ਸਕਦੇ ਆ। ਕੋਈ 50-100 ਰੁਪਇਆ ਪ੍ਰਤੀ ਕੁਇੰਟਲ ਮਹਿੰਗੀ ਲੈ ਸਕਦੇ ਆ। 2 ਸਾਲ ਬਾਅਦ ਜਦੋਂ ਇਸ ਉਪਜ ਦੇ ਉੱਤੇ, ਉਪਜ ਦੇ ਉੱਤੇ, ਖੇਤੀ ਖਰੀਦ ਦੇ ਉੱਤੇ ਟੋਟਲ ਕਬਜ਼ਾ ਹੋ ਗਿਆ, ਤੇ ਫਿਰ ਇਹ ਸਾਰੇ ਜਿਹੜੇ ਛੋਟੇ ਮੋਟੇ ਵਪਾਰੀ ਬਾਹਰ ਹੋ ਗਏ। ਤੇ ਫਿਰ ਦੋਸਤੋ, ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਮਾੜੀ ਕਿਸਮਤ ਦਾ ਦੌਰ ਸ਼ੁਰੂ ਹੋਣਾ। ਪੰਜਾਬ ਤੇ ਪੰਜਾਬ ਦੇ ਕਿਸਾਨ ਦੀ ਮਾੜੀ ਕਿਸਮਤ ਦਾ ਦੌਰ ਸ਼ੁਰੂ। ਫਿਰ ਇਹ ਕਿਸਾਨ ਤੋਂ ਅੱਧੇ ਜਾਂ ਪੌਣੇ ਭਾਵਾਂ ਦੇ ਉੱਤੇ ਉਹਦੀ ਉਪਜ ਖਰੀਦਣਗੇ, ਉਹ ਖਪਤਕਾਰਾਂ ਨੂੰ ਦੇਣਗੇ ਮਨਮਰਜ਼ੀ ਦੇ ਰੇਟਾਂ ਦੇ ਉੱਤੇ। ਤੁਸੀਂ ਤੇ ਮੈਂ ਵੀ ਸ਼ਾਮਲ ਆ। ਇਹ ਮਤ ਸੋਚੋ ਵੀ ਇਕੱਲਾ ਕਿਸਾਨ ਨਹੀਂ ਆ, ਇਹ ਤੁਹਾਨੂੰ ਤੇ ਮੈਨੂੰ ਖਰੀਦਣਾ ਦੇ ਦਾਰੋਮਦਾਰ ਦੇ ਉੱਤੇ ਨਿਰਭਰ ਰਹਿਣਾ ਪੈਣਾ। ਇਹ ਉਪਜ ਖਰੀਦ ਲਈ ਅੱਧੇ ਪੌਣੇ ਭਾਅ ਤੁਹਾਨੂੰ, ਮੈਨੂੰ, ਆਮ ਪਬਲਿਕ ਨੂੰ, ਖਪਤਕਾਰਾਂ ਨੂੰ ਉਹ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਦੇਣਗੇ। ਔਰ ਕਿਸਾਨ ਨੂੰ ਇਸ ਤੋਂ ਬਾਅਦ ਦੇ ਵਿੱਚ 2-2, 3-3 ਸਾਲ ਪੇਮੈਂਟਾਂ ਜਿਹੜੀਆਂ, ਮੈਂ ਕਹਿ ਕੇ ਹਟਾਂ ਨਾ ਵੀ ਜੇ ਸਰਕਾਰ ਐਡੀ ਕਾਰਗਰ ਤਾਕਤਵਰ ਆ, ਗੰਨਾ ਮਿਲ ਮਾਲਕਾਂ ਤੋਂ ਪੇਮੈਂਟ ਕਰਾ ਕੇ ਦਿਖਾ ਦੇਵੇ। ਇਹਨਾਂ ਦੇ ਕੋਲੋਂ ਪੇਮੈਂਟ ਕਰਾਉਣੀ ਟੇਢੀ ਖੀਰ ਹੈਗੀ, ਹੋ ਹੀ ਨਹੀਂ ਸਕਦਾ। ਜੇ ਕਿਸਾਨ ਨੂੰ ਦੋਸਤੋ 2-3 ਸਾਲ ਪੇਮੈਂਟ ਨਾ ਮਿਲੀ, ਪੰਜਾਬ ਦਾ ਉਹ ਕਿਸਾਨ ਜਿਹੜਾ ਆਲਰੇਡੀ ਬੈਂਕਾਂ ਤੋਂ ਕਰਜ਼ੇ ਹੀ ਹੈਗਾ, ਉਹਨੇ ਆਪਣੀਆਂ ਜ਼ਮੀਨਾਂ ਬੈਂਕਾਂ ਕੋਲ ਗਿਰਵੀ ਰੱਖ ਕੇ ਕਰਜ਼ੇ ਚੁੱਕੇ ਹੋਏ ਆ। 2-3 ਸਾਲ ਦਾ ਮਤਲਬ ਹੈ ਕਿ ਉਹਨਾਂ ਜ਼ਮੀਨਾਂ ਦੀ ਕੁਰਕੀ, ਜਦੋਂ ਕੋਈ ਦੀ ਉਹਨੂੰ ਕੀਮਤ ਨਹੀਂ ਮਿਲਣੀ, ਤੇ ਫਿਰ ਜ਼ਮੀਨਾਂ ਦੀ ਕੁਰਕੀ, ਤੇ ਫਿਰ ਨੈਕਸਸ ਸੰਗਠਨ, ਕਾਰਪੋਰੇਟ ਬੈਂਕ ਦਾ ਸੰਗਠਨ ਆ, ਫਿਰ ਜ਼ਮੀਨ ਕੁਰਕੀਆਂ ਦੇ ਜ਼ਰੀਏ ਸਸਤੀ ਖਰੀਦਣਗੇ। ਮਨਸ਼ਾ ਕੀ ਹੈ? ਪੰਜਾਬੀ ਦਾ ਇੱਕ ਬੜਾ ਪ੍ਰਸਿੱਧ ਨਾਵਲ ਆਇਆ ਸੀ, ਤੂਤਾਂ ਵਾਲਾ ਖੂਹ। ਮੇਰੇ ਹਮਉਮਰ ਦੋਸਤਾਂ ਨੇ, ਮੇਰਾ ਖਿਆਲ ਉਹ ਸਾਰਿਆਂ ਨੇ ਤੂਤਾਂ ਵਾਲਾ ਖੂਹ ਪੜ੍ਹਿਆ ਨਾਵਲ। ਉਹਦੇ ਵਿੱਚ ਕਿਸਾਨ ਦੀ ਜ਼ਮੀਨ ਹੜਪਣ ਵਾਸਤੇ ਸ਼ਾਹੂਕਾਰ ਕੀ ਕਰਦਾ। ਅੱਜ ਸਾਡੀ ਪੰਜਾਬ ਦੇ ਕਿਸਾਨ ਦੀ ਕਿਸਮਤ ਦੇ ਨਾਲ ਉਹ ਨਾਵਲ ਤੂਤਾਂ ਵਾਲਾ ਖੂਹ। ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਭੂਮੀ ਆ ਦੋਸਤੋ, ਉਹ ਇੰਨੀ ਉਪਜਾਊ ਹੈ ਕਿ ਦੁਨੀਆ ਦੇ ਅੰਦਰ ਬਿਹਤਰੀਨ ਉਪਜਾਊ ਭੂਮੀਆਂ ਦੇ ਵਿੱਚ ਨੰਬਰ 1 ਦੇ ਉੱਤੇ, ਜਿੱਥੇ ਦੁਨੀਆ ਦਾ ਸਭ ਤੋਂ ਚੰਗਾ ਬਾਸਮਤੀ ਵਾਤਾਵਰਣ ਤੇ ਸੋਇਲ, ਉਹ ਸਾਡਾ ਪੰਜਾਬ। ਅੱਖ ਹੈਗੀ ਆ ਸਾਡੀ ਭੂਮੀ ਦੇ ਉੱਤੇ ਵੀ ਅਸੀਂ ਇਹ ਭੂਮੀ ਅਧਿਗ੍ਰਹਿਣ ਕਿਵੇਂ ਕਰਨੀਆਂ, ਸਸਤੇ ਭਾਅ, ਕੋਟੀਆਂ ਦੇ ਭਾਅ ਤੇ ਖਰੀਦਣੀ ਕਿਵੇਂ ਆ। ਇੱਕ ਗੱਲ ਯਾਦ ਰੱਖੋ ਕਿ ਇਹ ਲਿਕੁਇਡਿਟੀ ਕੈਸ਼ ਕਿਸਾਨ ਦੇ ਕੋਲੇ ਆ ਨਾ, ਤੇ ਵਪਾਰ ਤਾਂ ਹੀ ਚੱਲਣਾ। ਚਾਹੇ ਉਹ ਸਾਈਕਲ ਬਣਦੇ ਆ, ਮੋਟਰਸਾਈਕਲ, ਕਾਰਾਂ, ਚਾਹੇ ਉਹ ਸੋਨਾ ਤੇ ਚਾਹੇ ਬਜਾਜੀ ਹੈ। ਤੇ ਜੇ ਕਿਸਾਨ ਦੇ ਕੋਲੇ ਪੈਸਾ ਨਹੀਂ ਤੇ ਵਪਾਰ ਡੁੱਬੇਗਾ। ਅੱਜ ਉਹ ਲੋਕ ਜਿਹੜੇ ਸੋਚਦੇ ਆ ਵੀ ਇਹ ਇਕੱਲਾ ਕਿਸਾਨੀ ਨਾਲ ਸੰਬੰਧਿਤ ਆ, ਉਹ ਗਲਤਫਹਿਮੀ ਦੇ ਵਿੱਚ ਆ। ਅਸਲ ਸਾਡਾ ਜਿਹੜਾ ਹੱਬ ਹੈਗਾ, ਅਸਲ ਧੁਰਾ ਪੰਜਾਬ ਦੀ ਆਰਥਿਕਤਾ ਦਾ, ਉਹ ਕਿਸਾਨੀ ਹੈਗੀ, ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ। ਸੋ ਜੇ ਇਹ ਗੱਲਾਂ ਜਿਹੜੀਆਂ ਇਸ ਆਰਡੀਨੈਂਸ ਦੇ ਵਿੱਚ ਨੇ, ਇਹ ਗੱਲਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਲਾਜ਼ਮੀ ਤੌਰ ਤੇ ਤਕਰੀਬਨ 10-12 ਸਾਲ ਦੇ ਅਰਸੇ ਦੇ ਵਿੱਚ ਦੋਸਤੋ ਪੰਜਾਬ ਦਾ ਕਿਸਾਨ ਇਹਨਾਂ ਕਾਰਪੋਰੇਟ ਅਦਾਰਿਆਂ ਨੇ ਜ਼ਮੀਨ ਰਹਿਤ ਕਰ ਦੇਣਾ। ਜ਼ਮੀਨ ਰਹਿਤ ਕਰਨ ਦਾ ਜਿਹੜਾ ਸ਼ਗੂਫਾ ਤੇ ਮਨਸੂਬਾ ਤਿਆਰ ਕੀਤਾ ਹੋਇਆ। ਸੋ ਜੇ
ਜਾਖੜ ਸਾਹਿਬ ਜਿਹੜੇ ਹੁਣੇ ਪੱਤਰਕਾਰ ਦੋਸਤਾਂ ਨੇ ਦੱਸਿਆ ਕਿ ਪੀਸੀ ਕਰਕੇ ਹਟੇ ਆ, ਜਿਨ੍ਹਾਂ ਨੇ ਇਹ ਸੁਝਾਅ ਦਿੱਤਾ ਕਿ ਅਸੀਂ ਆਲ ਪਾਰਟੀ ਮੀਟਿੰਗ ਕਰਕੇ ਫਿਰ ਅਸੀਂ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਕੇਂਦਰ ਕੋਲੇ ਜਾਵਾਂਗੇ। ਜਿਹੜਾ ਭਾਈ ਆਪਣੇ ਕੋਲੇ ਹਥਿਆਰ ਉਹ ਕਿਉਂ ਨਹੀਂ ਚਲਾਉਂਦੇ ਤੁਸੀਂ? ਪਹਿਲਾਂ ਪੰਜਾਬ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਸੱਦ ਕੇ ਤੁਸੀਂ ਇਸ ਕਾਲੇ ਕਾਨੂੰਨ ਦਾ ਭੋਗ ਕਿਉਂ ਨਹੀਂ ਪਾਉਂਦੇ? CAA ਉਹਦੇ ਤੇ ਆ ਜਾਣਾ, CAA ਜਦ ਕਿ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਸੀਗਾ, ਉਹਦੇ ਵਿੱਚ ਰਾਜਾਂ ਦਾ ਕੋਈ ਦਖਲਅੰਦਾਜ਼ੀ ਘੱਟ ਸੀਗੀ, ਨਹੀਂ ਸੀਗੀ, ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕਰਦਾ। ਉਹਦੇ ਵਾਸਤੇ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦਿਆ ਜਾ ਸਕਦਾ ਤੇ ਐਡੇ ਵੱਡੇ ਪੰਜਾਬ ਮਾਰੂ ਕਾਨੂੰਨ ਨੂੰ ਰੱਦ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਰੇਸ਼ਾਨੀ ਤੇ ਪ੍ਰੋਬਲਮ ਕੀ ਹੈਗੀ ਆ? ਸੋ ਦੋਸਤੋ, ਮੈਂ ਇਹ ਗੱਲ ਕਹੂੰਗਾ ਕਿ ਲੋਕ ਇਨਸਾਫ ਪਾਰਟੀ ਨੇ, ਚਾਹੇ ਸਾਡੀ ਪਾਰਟੀ ਛੋਟੀ ਹੈ ਪਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਹੈ, ਕਰਮ ਕਰਦੀ, ਬਲੈਸਿੰਗ ਲੈਂਦੀ ਆ ਪੰਜਾਬੀਆਂ ਦੀਆਂ, ਕਿਉਂਕਿ ਹਮੇਸ਼ਾ ਭ੍ਰਿਸ਼ਟਾਚਾਰ ਦੇ ਖਿਲਾਫ, ਕਰਪਸ਼ਨ ਦੇ ਖਿਲਾਫ, ਨਾਇਨਸਾਫੀ ਦੇ ਖਿਲਾਫ ਜੇ ਕਿਸੇ ਨੇ ਰਾਜਨੀਤੀ ਤੋਂ ਪਰੇ ਹਟ ਕੇ ਜ਼ਮੀਨੀ ਹਕੀਕਤ ਤੇ ਕੰਮ ਕੀਤਾ ਤੇ ਉਹ ਭਗਵਾਨ ਗੁਰੂ ਸਾਹਿਬ ਦੀ ਕਿਰਪਾ ਲੋਕ ਇਨਸਾਫ ਪਾਰਟੀ ਦੇ ਸਤਿਕਾਰਯੋਗ ਮੈਂਬਰਾਂ ਨੇ ਕੀਤਾ। ਸੋ ਅਸੀਂ ਇਹ ਪ੍ਰੋਗਰਾਮ ਜਿਹੜਾ ਅਨਾਉਂਸ ਕੀਤਾ ਤੁਹਾਡੇ ਸਾਹਮਣੇ ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਾਂਗੇ ਕਿ ਉਹ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਲੈਣ। ਨਹੀਂ, ਅਸੀਂ ਇੱਕ ਯਾਤਰਾ ਸਟਾਰਟ ਕੀਤੀ ਹੈ, ਪਹਿਲਾ ਫੇਸ ਹੈਗਾ, ਉਸ ਤੋਂ ਬਾਅਦ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਹੈ। ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਨੀਮ ਹਕੀਮ ਖਤਰਾ ਹੈ ਜਾਨ। ਬਹੁਤ ਸਾਰੇ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ, ਦਲਿਤ ਨੂੰ, ਵਪਾਰੀ ਨੂੰ ਪਤਾ ਹੀ ਨਹੀਂਗਾ ਕਿ 10-12 ਸਾਲ ਬਾਅਦ ਪੰਜਾਬ ਦੇ ਵਿੱਚ ਹੋਣਾ ਕੀ ਹੈ। ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਸ ਪਹਿਲੇ ਫੇਸ ਤੋਂ ਬਾਅਦ ਪੰਜਾਬ ਦੇ ਰਹਿੰਦੇ ਬਾਕੀ ਜ਼ਿਲ੍ਹਿਆਂ ਦੀ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦੀ ਦੇ ਨਾਲ ਇੱਕ ਵੱਡਾ ਸੰਘਰਸ਼, ਤਾਂ ਜੋ ਸਮੇਂ ਦੀਆਂ ਸਰਕਾਰਾਂ ਜਿਹੜੀ ਰਾਜਨੀਤੀ ਕਰਦੇ ਹੋਏ ਪੰਜਾਬ ਨੂੰ ਤਬਾਹ ਕਰਨ ਤੇ ਦੁਨੀਆ ਨੇ ਇਹਨਾਂ ਦਾ ਚਿਹਰਾ ਬੇਨਕਾਬ ਕਰਦੇ ਹੋਏ ਪੰਜਾਬ ਦੇ ਹਕੂਕਾਂ ਦੀ ਰਾਖੀ ਕਰ ਸਕੀਏ। ਬਹੁਤ ਧੰਨਵਾਦ। ਕਿਸੇ